ਹੁਣ आओ इशारे मात्र एक दो यानी कि सिदक दीयां साखियां मैं कहने की कोशिश करा संखेप च। साखियां तुसीं पहलां भी सुनिया होणगीआं, पक्की गल है, बस आपां साखी विचों थोड़ी सिੱਖਿਆ ਨੂੰ फड़न की कोशिश करांगे। साखी होगी ਉਹਦੇ ਵਿੱਚੋਂ ਅਸੀਂ ਕੁਝ ਫੜਨਾ ਹੁੰਦਾ ਹੈ, ਸਾਖੀ ਦੀ ਸਿੱਖਿਆ ਨੂੰ ਹਾਈਲਾਈਟ ਕਰਨਾ ਹੁੰਦਾ ਕਹਿ ਲਓ। ਹਾਂਜੀ, ਇੱਕ ਸਾਖੀ ਆਉਂਦੀ ਹੈ ਗੁਰ ਇਤਿਹਾਸ ਦੇ ਵਿੱਚ, ਢਾਹੀ ਗੁਰਸਿੱਖ ਦੀ। ਢਾਹੀ ਕਰਕੇ ਆਉਂਦਾ ਹੈ ਜਿਸ ਵੇਲੇ 6ਵੇਂ ਪਾਤਸ਼ਾਹ ਜੀ ਨਾ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਬਾਹਰ ਆਉਣ ਤੋਂ ਬਾਅਦ ਤੇ ਕਾਫੀ ਸਮਾਂ ਨਾ ਜਹਾਂਗੀਰ 6ਵੇਂ ਪਾਤਸ਼ਾਹ ਜੀ ਦੇ ਨਾਲ ਵਿਚਰਦਾ ਰਿਹਾ। ਤਾਂ ਤੇ ਹੁਣ ਆਗਰੇ ਦੇ ਕੋਲ ਇੱਕ ਥਾਂ ਤੇ ਪੜਾਅ ਕੀਤਾ ਹੋਇਆ ਹੈ ਤੇ ਗੁਰਸਿੱਖ ਨਾ 6ਵੇਂ ਪਾਤਸ਼ਾਹ ਜੀ ਨੂੰ ਕਹਿੰਦੇ ਨੇ ਸੱਚੇ ਪਾਤਸ਼ਾਹ ਜੀ। ਜਦੋਂ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਤੇ ਜਹਾਂਗੀਰ ਨਾ 6ਵੇਂ ਪਾਤਸ਼ਾਹ ਜੀ ਨੂੰ ਪੁੱਛਿਆ ਕਰਦਾ, ਸੋਨੂੰ ਜੀ ਸਿੱਖ ਸੱਚੇ ਪਾਤਸ਼ਾਹ ਕਾਹਤੇ ਕਹਿੰਦੇ ਆ, ਅਸਲੀ ਗੱਲ ਤਾਂ ਦੱਸੇ ਨਾ, ਇਹ ਤਾਂ ਪੁੱਛ ਲਿਆ ਕਰੇ। ਤੇ ਗੁਰੂ ਸਾਹਿਬ ਜੀ ਨੇ ਉਹਦੇ ਅੰਦਰ ਦੇ ਭਾਵ ਨੂੰ ਫੜ ਲਿਆ, ਭਾਵ ਕਿ ਉਹਨੂੰ ਤਕਲੀਫ ਹੋ ਰਹੀ ਸੀ ਇਸ ਲਫ਼ਜ਼ ਤੋਂ। ਜੋ ਸੱਚੇ ਪਾਤਸ਼ਾਹ ਕਹਿੰਦੇ ਸੀ ਨਾ, ਉਹਦੀ ਈਗੋ ਨੂੰ ਸੱਟ ਲੱਗਦੀ ਸੀ, ਹੰਕਾਰ ਨੂੰ, ਵੀ ਹੈ ਮੈਂ ਹਿੰਦੁਸਤਾਨ ਦਾ ਬਾਦਸ਼ਾਹ, ਸੱਚੇ ਪਾਤਸ਼ਾਹ ਇਹਨਾਂ ਨੂੰ ਕਹੀ ਜਾਂਦੀ ਹੈ, ਫਿਰ ਮੈਂ ਝੂਠਾ ਬਾਦਸ਼ਾਹ ਹੀ ਹੋ ਗਿਆ। ਉਹਦੀ ਈਗੋ ਨੂੰ ਸੱਟ ਲੱਗਦੀ ਸੀ ਨਾ ਲਫ਼ਜ਼ ਸੁਣ ਕੇ, ਈਗੋ ਨੂੰ। ਅਸਲੀ ਗੱਲ ਤਾਂ ਉਹ ਦੱਸੇ ਨਾ, ਵੀ ਮੈਨੂੰ ਤਕਲੀਫ ਹੁੰਦੀ ਹੈ ਉਸਨੂੰ ਸੱਚੇ ਪਾਤਸ਼ਾਹ ਕਹਿੰਦੇ ਆ ਸਿੱਖ, ਅਸਲੀ ਗੱਲ ਤਾਂ ਦੱਸੇ ਨਾ ਉਹ। ਤੇ ਪਤਾ ਕੀ ਕਹਿੰਦਾ ਵੀ ਸਾਨੂੰ ਸੱਚੇ ਪਾਤਸ਼ਾਹ ਕਾਹਤੇ ਕਹਿੰਦੇ ਆ। ਗੁਰੂ ਸਾਹਿਬ ਦੀ ਤਕਲੀਫ ਨੂੰ ਸਮਝਦੇ ਸੀ। ਗੁਰੂ ਸਾਹਿਬ ਨੇ ਵੀ ਉੱਦਾਂ ਦੀ ਜਵਾਬ ਦਿੱਤਾ ਜਿੱਦਾਂ ਉਹਨੇ ਪੂਰੀ ਭੂੰਡੀ ਖੋਲੀ। ਗੁਰੂ ਸਾਹਿਬ ਕਹਿੰਦੇ ਤੈਨੂੰ ਕਿਸੇ ਦਿਨ ਆਪੇ ਪਤਾ ਲੱਗ ਜੂ, ਤੈਨੂੰ ਕਿਸੇ ਨਾ ਕਿਸੇ ਦਿਨ ਆਪੇ ਪਤਾ ਲੱਗ ਜੂ। ਚਲੋ ਇਹ ਗੱਲ ਹੋ ਗਈ, ਨਿਬੜ ਗਈ, ਇਹ ਤਾਂ ਗੱਲ ਨਿਬੜ ਗਈ। ਹੁਣ ਆਗਰੇ ਕੋਲੇ ਪੜਾਅ ਕੀਤਾ ਹੋਇਆ ਇੱਕ ਥਾਂ ਦੇ ਉੱਤੇ, ਇੱਕ ਪਾਸੇ ਜਹਾਂਗੀਰ ਦੇ ਤੰਬੂ ਲੱਗੇ, ਇੱਕ ਪਾਸੇ 6ਵੇਂ ਪਾਤਸ਼ਾਹ ਜੀ ਦੇ ਤੰਬੂ ਲੱਗੇ, ਨਾਲ ਗੁਰਸਿੱਖ ਸੰਗਤ ਹੈ, ਉਹਦੇ ਆਪ ਦੇ ਨਾਲ ਸਿਪਾਹੀ ਕਹਿ ਲਓ, ਫੌਜ ਕਹਿ ਲਓ। ਤਾਂ ਤੇ ਇੱਧਰ ਗੁਰੂ ਕੀ ਸੰਗਤ ਵਿੱਚ ਨਾ ਇੱਕ ਗੁਰਸਿੱਖ ਕੁਝ ਦਿਨ ਸੇਵਾ ਕਰਕੇ ਸਤਸੰਗ ਦਾ ਲਾਭ ਉਠਾਉਂਦਾ ਹੋਇਆ ਵਾਪਸ ਜਾ ਰਿਹਾ ਆਪਣੇ ਪਿੰਡ ਨੂੰ, ਜਿੱਥੇ ਵੀ ਉਹਦਾ ਕੋਈ ਟਿਕਾਣਾ। ਕਈ ਦਿਨ ਗੁਰੂ ਕੀ ਸੰਗਤ ਕਰਕੇ ਵਾਪਸ ਜਾ ਰਿਹਾ ਹੈ। ਵਾਪਸ ਜਾਂਦੇ ਗੁਰਸਿੱਖ ਨੂੰ ਇੱਕ ਹੋਰ ਗੁਰਸਿੱਖ ਮਿਲਿਆ, ਜਿਹਦਾ ਇਤਿਹਾਸ ਨੇ ਨਾਮ ਢਾਹੀ ਗੁਰਸਿੱਖ ਲਿਖਿਆ, ਵੀ ਭਾਈ ਘਾਹ ਵੇਚ ਕੇ ਗੁਜ਼ਾਰਾ ਕਰਦਾ ਸੀ। ਇਹ ਗੁਰਸਿੱਖ ਮਿਲਿਆ ਇਸ ਨੂੰ, ਤੇ ਇਹ ਗੁਰਸਿੱਖ ਜਿਹੜਾ ਗੁਰੂ ਕੀ ਸੰਗਤ ਚੋਂ ਗਿਆ, ਇਹਨੇ ਉਸ ਢਾਹੀ ਗੁਰਸਿੱਖ ਨੂੰ ਦੱਸਿਆ ਕਿ ਤੈਨੂੰ ਨਹੀਂ ਪਤਾ ਆਪਣੇ ਇਲਾਕੇ ਦੇ ਵਿੱਚ 6ਵੇਂ ਪਾਤਸ਼ਾਹ ਜੀ ਆਏ ਹੋਏ ਆ, ਮੈਂ ਕਈ ਦਿਨ ਸਤਸੰਗ ਦਾ ਲਾਭ ਉਠਾ ਕੇ ਆਇਆ। ਉਹ ਕਹਿੰਦਾ ਨਾ ਵੀ ਮੈਨੂੰ ਤਾਂ ਨਹੀਂ ਪਤਾ ਲੱਗਿਆ। ਫਿਰ ਉਹਨੇ ਦੱਸ ਦਿੱਤਾ ਵੀ ਫਲਾਣੇ ਥਾਂ ਦੇ ਉੱਤੇ ਪੜਾਅ ਕੀਤਾ ਹੋਇਆ, ਲੋਕੇਸ਼ਨ ਦੱਸਤੀ ਉਹ ਸਾਰੀ, ਵੀ ਫਲਾਣੇ ਥਾਂ ਦੇ ਉੱਤੇ। ਇਹਨਾਂ ਜਦੋਂ ਦੱਸਿਆ ਤੇ ਉਹ ਢਾਹੀ ਗੁਰਸਿੱਖ ਕਹਿਣ ਲੱਗਿਆ ਕਿ ਮੈਂ 5ਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਬਾਅਦ ਅੰਮ੍ਰਿਤਸਰ ਨਹੀਂ ਪਹੁੰਚ ਸਕਿਆ ਤੇ ਮੈਂ ਦਰਸ਼ਨ ਨਹੀਂ ਕੀਤੇ 6ਵੇਂ ਪਾਤਸ਼ਾਹ ਜੀ ਦੇ, ਤੇ ਕੋਈ ਤੂੰ ਨਿਸ਼ਾਨੀ ਦੱਸ। ਜਿਸ ਵੇਲੇ ਇਹਨਾਂ ਕਿਹਾ, ਗੁਰਸਿੱਖ ਕਹਿੰਦਾ ਸੱਚੇ ਪਾਤਸ਼ਾਹ ਜੀ ਦੇ ਦਸਤਾਰ ਸਜਾਈ ਹੋਈ ਹੈ ਤੇ ਨਾਲ ਹੀਰੇ ਜੜੀ ਕਲਗੀ ਸਜੀ ਹੋਈ ਹੈ। ਹੁਣ ਇਹ ਦੱਸਦਾ ਹੋਇਆ ਨਾ ਉਹ ਗੁਰਸਿੱਖ, ਜਾਨੀ ਕਿ ਖਿਆਲ ਉਹਦੇ ਨਾਲ ਆਇਆ ਕਿਤੇ ਮਨ 'ਚ, ਕਈ ਵਾਰੀ ਉਹ ਆ ਜਾਂਦਾ ਵੀ ਇਹ ਨਿਸ਼ਾਨੀਆਂ ਸੀ ਜਿਹੜੀਆਂ ਦੋ, ਇਹ ਜਹਾਂਗੀਰ ਨਾਲ ਰਲਦੀਆਂ। ਕੋਈ ਜਹਾਂਗੀਰ ਦੀ ਦਸਤਾਰ ਸਜਾਉਂਦਾ ਸੀ, ਜਹਾਂਗੀਰ ਦੇ ਬਾਦਸ਼ਾਹੀ ਕਲਗੀ ਲੱਗੀ ਸੀ, ਕਲਗੀ ਤਾਂ ਜਹਾਂਗੀਰ ਦੇ ਵੀ ਲੱਗੀ। ਉਹਦੇ ਖਿਆਲ ਨਾਲ ਰਿਹਾ ਵੀ ਨਿਸ਼ਾਨੀਆਂ ਤਾਂ ਰਲਦੀਆਂ। ਚਲੋ ਇੰਨੀਆਂ ਦੱਸ ਕੇ ਉਹ ਤਾਂ ਤੁਰ ਗਿਆ। ਤੇ ਢਾਹੀ ਗੁਰਸਿੱਖ ਨੇ ਕੀ ਸੋਚਿਆ ਵੀ ਹੁਣ ਆਪਾਂ ਗੁਰੂ ਕੀ ਸੰਗਤ ਵਿੱਚ ਚੱਲੀਏ, ਜਾ ਕੇ ਦਰਸ਼ਨ ਕਰੀਏ, ਬਚਨ ਸੁਣੀਏ, ਸਤਸੰਗ ਦਾ ਲਾਭ ਉਠਾਈਏ। ਮਨ ਵਿੱਚ ਖਿਆਲ ਆ ਗਿਆ ਵੀ ਕੀ ਲੈ ਕੇ ਜਾਈਏ ਭੇਟਾਂ। ਇੱਕ ਤਾਂ ਉਹਦੇ ਕੋਲ ਇੱਕ ਕੌਡੀ ਸੀ ਹੱਕ ਸੱਚ ਦੀ ਕਮਾਈ, ਟਕਾ ਜਿਹਨੂੰ ਲਿਖਿਆ ਇਤਿਹਾਸ 'ਚ, ਟਕਾ। ਉਹ ਆਪਣੇ ਖੀਸੇ ਵਿੱਚ ਪਾ ਲਿਆ ਵੀ ਆਹ ਟਕਾ ਭੇਟ ਪਾਉ ਸੱਚੇ ਪਾਤਸ਼ਾਹ ਨੂੰ। ਫਿਰ ਮਨ ਵਿੱਚ ਖਿਆਲ ਆਇਆ ਵੀ ਕੁਝ ਹੋਰ ਵੀ ਲੈ ਚੱਲ ਗਏ। ਫਿਰ ਖਿਆਲ ਆਇਆ ਵੀ ਚੱਲ ਸੱਚੇ ਪਾਤਸ਼ਾਹ ਦੇ ਘੋੜਿਆਂ ਵਾਸਤੇ ਨਾ ਘਾਹ ਦੀ ਪੰਡ ਲੈ ਚੱਲਦੇ ਆ। ਕੀ ਹੋਇਆ, ਘਾਹ ਖੋਤ ਲਿਆ ਲਫ਼ਜ਼ ਅਸੀਂ ਕਹਿੰਦੇ ਉਧਰ ਸਮਝ ਗਏ। ਚਲੋ ਕਈ ਵਾਰੀ ਬੋਲੀ ਦਾ ਫਰਕ ਪੈ ਜਾਂਦਾ ਨਾ। ਤਾਂ ਤੇ ਜਿਸ ਵੇਲੇ ਉਸ ਤੋਂ ਬਾਅਦ ਕੀ ਹੋਇਆ, ਲੱਗਿਆ ਨਾ ਪੰਡ ਬੰਨਣ, ਸੁਰ ਦੇ ਵਿੱਚ ਪ੍ਰੇਮ ਭਾਵ ਹੈ, ਪ੍ਰੇਮ ਦਾ ਭਾਵ ਹੁੰਦਾ। ਕੀ ਖਿਆਲ ਆਇਆ ਪਤਾ ਵੀ ਵਿੱਚ ਸੁੱਕੇ ਤੀਲੇ ਹੈ, ਘਾਹ ਸੱਚੇ ਪਾਤਸ਼ਾਹ ਜੀ ਦੇ ਘੋੜਿਆਂ ਨੇ ਛਕਣਾ ਹੈ। ਮਾਨੋ ਸੁੱਕੇ ਤੀਲੇ ਵਿੱਚੋਂ ਚੁਗਦੇ, ਸੁੱਕੇ ਤੀਲੇ ਸੁਰਤ ਪ੍ਰੇਮ ਮੰਡਲ ਚਲੀ ਗਏ, ਸੁੱਕੇ ਤੀਲੇ ਚੁਗੀ ਜਾਂਦਾ ਵਿੱਚ, ਸੁੱਕੇ ਤੀਲੇ ਚੁਗੀ ਜਾਂਦਾ ਵਿੱਚੋਂ ਕੱਢਤੇ। ਫਿਰ ਲੱਗਿਆ ਪੰਡ ਬੰਨਣ, ਕਹਿੰਦਾ ਮਨ ਰੇਤਾ ਜਿਹਾ ਲੱਗਦਾ ਵਿੱਚ, ਕਿਰਕਰ ਜੀ ਲੱਗਦੀ ਹੈ, ਸੱਚੇ ਪਾਤਸ਼ਾਹ ਦੇ ਘੋੜਿਆਂ ਨੇ ਖਾਣਾ ਧੋੜ ਕੇ ਕਿਸੇ ਪਾਣੀ ਦੇ ਕੰਢੇ ਤੇ ਘਾਹ ਨੂੰ ਧੋ ਕੇ ਵਿਛਾ ਦਿੱਤਾ ਵੀ ਹਵਾ ਨਿਕਲ ਜਾਵੇ। ਤਾਂ ਤੇ ਇੱਦਾਂ ਸੁੱਕੇ ਤੀਲੇ ਕੱਢ ਕੇ, ਰੇਤਾ ਕੱਢ ਕੇ, ਵਧੀਆ ਹਰੇ ਘਾਹ ਦੀ ਬੰਨੀ ਪੰਡ ਤੇ ਗੁਰਬਾਣੀ ਪੜ੍ਹਦਾ, ਪਰਮਾਤਮਾ ਨੂੰ ਯਾਦ ਕਰਦਾ ਆ ਰਿਹਾ ਗੁਰੂ ਸਾਹਿਬ ਵੱਲ ਨੂੰ। ਸੀਸ ਤੇ ਘਾਹ ਦੀ ਪੰਡ ਹੈ ਤੇ ਉਹਨੇ ਟਕਾ ਆਪਣੇ ਖੀਸੇ 'ਚ ਪਾਇਆ ਤੇ ਆ ਰਿਹਾ। ਜਿਸ ਵੇਲੇ ਪਹੁੰਚ ਗਿਆ ਨਾ, ਜੋ ਦੱਸ ਕੇ ਗਿਆ ਸੋ ਗੁਰਸਿੱਖ ਵੀ ਫਲਾਣੇ ਥਾਂ ਤੇ ਪੜਾਅ ਕੀਤਾ, ਦੱਸੇ ਥਾਂ ਤੇ ਪਹੁੰਚਿਆ ਜਦੋਂ,
ਉਹ ਜਿਹੜੇ ਪਾਸੇ ਗੁਰਸਿੱਖ ਆ ਰਿਹਾ ਸੀ ਨਾ, ਉਸ ਪਾਸੇ ਜਹਾਂਗੀਰ ਦਾ ਪੜਾਅ ਪਹਿਲਾਂ ਹੁੰਦਾ ਸੀ ਕਿਤੇ, ਜਿਹੜੀ ਸਾਈਡ ਤੋਂ ਆ ਰਿਹਾ, ਤੇ ਆਸੇ ਪਾਸੇ ਉਹਦੇ ਸਿਪਾਹੀਆਂ ਦੇ ਪਹਿਰੇ ਸੀ। ਤੇ ਗੁਰਸਿੱਖ ਨੇ ਪੁੱਛ ਲਿਆ ਜਹਾਂਗੀਰ ਦੇ ਸਿਪਾਹੀ ਨੂੰ ਵੀ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨੇ, ਸੱਚੇ ਪਾਤਸ਼ਾਹ ਦੀ ਸੰਗਤ ਵਿੱਚ ਜਾਣਾ। ਉਹ ਸਿਪਾਹੀ ਸਮਝ ਤਾਂ ਗਿਆ ਵੀ ਇਹ ਗੁਰੂ ਦਾ ਸਿੱਖ ਹੈ, ਸਮਝ ਤੇ ਗਈ, ਪਰ ਉਹਨੇ ਕੀ ਕੀਤਾ ਕਿ ਉਹ ਜਹਾਂਗੀਰ ਦਾ ਸਿਪਾਹੀ ਆ, ਇਮਾਮ ਕਹਾਵਤ ਬਣੀ ਹੈ, ਜਿਹਦੀ ਖਾਈਏ ਬਾਜਵੇ ਉਹਦੀ ਭਰੀਏ ਹਾਜ਼ਰੀ। ਉਹਨੇ ਕੀ ਕੀਤਾ, ਜਹਾਂਗੀਰ ਦੇ ਤੰਬੂ ਕਰਨੀ ਨਾ ਹੱਥ ਕਰਤਾ, ਕਹਿੰਦਾ ਆਊਗਾ, ਸਮਝ ਤਾਂ ਹੋ ਗਿਆ। ਉਹਨੇ ਹੱਥ ਜਹਾਂਗੀਰ ਦੇ ਤੰਬੂ ਵੱਲ ਹੀ ਕਰਤਾ। ਲਓ ਜੀ, ਹੁਣ ਗੁਰਸਿੱਖ ਨੇ ਵੀ ਸੋਚਿਆ ਵੀ ਇਹਨੇ ਮੈਨੂੰ ਗਲਤ ਦੱਸਦਾ ਜਾਂ ਮਾਹੌਲ ਕੀਤਾ ਜਾਂ ਹੋਰ ਬਿਰਤੀ ਸੁੱਧ ਸੀ। ਤਾਂ ਤੇ ਜਿਸ ਵੇਲੇ ਕੀ ਹੋਇਆ, ਜਹਾਂਗੀਰ ਦੇ ਤੰਬੂ ਵਿੱਚ ਚਲਿਆ ਗਿਆ। ਉਹ ਘਾਹੀ ਗੁਰਸਿੱਖ ਸੀਸ ਤੇ ਪੰਡ ਹੈ ਘਾਹ ਦੀ, ਪਹੁੰਚ ਗਿਆ। ਉਹ ਜਿਸ ਵੇਲੇ ਮੋਟੀਆਂ ਜਿਹੀਆਂ ਨਿਸ਼ਾਨੀਆਂ ਦਿਸੀਆਂ ਪਹਿਲਾਂ ਸੀ ਦਸਤਾਰ ਤੇ ਗਲ ਗਈ। ਹੁਣ ਉਹਨੇ ਕੀ ਸੋਚਿਆ ਵੀ ਮੈਂ ਸੱਚੇ ਪਾਤਸ਼ਾਹ ਦੇ ਤੰਬੂ 'ਚ ਆ ਗਿਆ। ਹੁਣ ਤਾਂ ਇਹੀ ਸੋਚਿਆ, ਹੁਣ ਸੀਸ ਤੇ ਘਾਹ ਦੀ ਪੰਡ ਹੈ, ਘਾਹ ਦੀ ਪੰਡ ਰੱਖੀ, ਟਕਾ ਰੱਖਿਆ। ਇੱਕ ਵਾਰੀ ਜਾਨੀ ਕਿ ਸਹਿ ਸੁਭਾਅ ਜਿਹੇ ਨੇਤਰ ਬੰਦ ਹੋ ਜਾਂਦੇ, ਆਪਾਂ ਦੋਨੇ ਬਾਅਦ 'ਚ ਖੋਲ੍ਹਦੇ ਹੈ। ਤਾਂ ਤੇ ਕਿਉਂਕਿ ਉਹਨੇ ਸੋਚਿਆ ਮੈਂ ਸੱਚੇ ਪਾਤਸ਼ਾਹ ਦੇ ਤੰਬੂ 'ਚ ਆ ਹੀ ਗਿਆ ਨਾ। ਉਹ ਕਲਗੀ ਦੇ ਦਸਤਾਰ ਨਿਸ਼ਾਨੀਆਂ ਰਲ ਗਈਆਂ। ਉਹ ਗੁਰਸਿੱਖ ਤੋਂ ਇੰਨੀ ਗਲਤੀ ਹੋ ਗਈ ਵੀ ਇਹ ਨਿਸ਼ਾਨੀਆਂ ਤਾਂ ਸਾਂਝੀਆਂ ਸੀਗੀਆਂ ਜਿਹੜੀਆਂ ਉਹ ਦੱਸ ਗਿਆ। ਤਾਂ ਤੇ ਇਹ ਪਹਿਲੀ ਵਾਰ ਆਇਆ ਹੈ। ਤਾਂ ਜਿਸ ਵੇਲੇ ਕਿਹਾ ਨਾ ਹੱਥ ਜੋੜ ਕੇ ਕਿ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਮੇਰੀ ਸੁਰਤ ਪਰਮਾਤਮਾ ਨਾਲ ਜੁੜ ਜਾਵੇ, ਮੇਰਾ ਜਨਮ ਮਾਤਾ ਕੱਟਿਆ ਜਾਵੇ, ਮਾਲਕ ਪਰਮਾਤਮਾ ਦੇ ਨਾਲ ਮੈਂ ਜੁੜ ਜਾਵਾਂ। ਤਾਂ ਕਿ ਜਿਸ ਵੇਲੇ ਬਕਾਰਾਂ ਦੇ ਖਿਆਲ ਮਰ ਜਾਂਦੇ ਤਾਂ ਸਾਰਾ ਕੁਛ ਹੋਇਆ। ਤਾਂ ਕਿ ਉਹ ਸਮਝ ਗਿਆ ਵੀ ਇਹ ਤਾਂ ਗੁਰੂ ਦਾ ਸਿੱਖ ਹੈ। ਉਸ ਵੇਲੇ ਜਹਾਂਗੀਰ ਬੋਲ ਪਿਆ, ਕਹਿੰਦਾ ਵੀ ਤੁਹਾਡੇ ਸੱਚੇ ਪਾਤਸ਼ਾਹ ਦਾ ਤੰਬੂ ਤਾਂ ਅੱਗੇ ਹੈ, ਮੈਂ ਤਾਂ ਜਹਾਂਗੀਰ ਬਾਦਸ਼ਾਹ। ਉਹ ਬੋਲ ਪਿਆ। ਜਦੋਂ ਬੋਲਿਆ, ਇੱਥੇ ਵਿੱਚ ਇੱਕ ਸਿੱਖਿਆ ਲੈ ਲਓ, ਵਿੱਚੋਂ ਹੀ ਪੜ੍ਹ ਲਓ। ਦੇਖੋ ਆਪਾਂ ਕਹਿ ਲਓ ਵੀ ਇਸ ਗੱਲੋਂ ਤਾਂ ਉਹਨੇ ਠੀਕ ਹੀ ਰਿਹਾ। ਆਏ ਤਾਂ ਉਹਨੇ ਕਹਿਤਾ ਵੀ ਸੱਚੇ ਪਾਤਸ਼ਾਹ ਦਾ ਤੰਬੂ ਤਾਂ ਅੱਗੇ, ਮੈਂ ਸੱਚੇ ਪਾਤਸ਼ਾਹ ਨਹੀਂ, ਮੈਂ ਤਾਂ ਜਹਾਂਗੀਰ। ਅੱਜ ਦੇ ਡੇਰਿਆਂ ਵਾਲੇ ਬਾਬੇ ਤਾਂ ਆਪ ਹੀ ਮਹਾਰਾਜ ਬਣੇ ਬੈਠੇ। ਉਹ ਕਹਿੰਦੇ ਨਹੀਂ ਭਾਈ ਮਹਾਰਾਜ ਤਾਂ ਗੁਰੂ ਗ੍ਰੰਥ ਸਾਹਿਬ ਹੈ, ਗੁਰੂ ਦਾ ਨਾਮ। ਕਹਿੰਦੇ ਕੋਈ ਨਹੀਂ, ਵੈਸੇ ਲੈ ਲਾ ਪ੍ਰਸ਼ਾਦ, ਦੇਖੀ ਟਿਕ ਲਾ, ਵੈਸੇ ਆਪ ਹੀ ਰੱਖੀ ਬੈਠਾ। ਉਹ ਨਹੀਂ ਕਹਿੰਦੇ ਭਾਈ ਪ੍ਰਸ਼ਾਦ ਤਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦਾ ਕਮਰੇ ਨਾ ਲਓ, ਆਪ ਹੀ ਮਹਾਰਾਜ ਬਣੇ ਬੈਠਾ। ਤਾਂ ਜਹਾਂਗੀਰ ਨੇ ਇੰਨਾ ਤਾਂ ਕਹਿਤਾ ਮੈਂ ਸੱਚੇ ਪਾਤਸ਼ਾਹ ਨਹੀਂ। ਤਾਂ ਡੇਰਿਆਂ ਵਾਲੇ ਬਾਬੇ ਕਹਿੰਦੇ ਅਸੀਂ ਮਹਾਰਾਜ ਹਾਂ, ਅਸੀਂ ਉਹੀ ਹੈ, ਸਾਡੀਆਂ ਦੇਹਾਂ ਨੇ ਜੁੜ ਜਾਓ, ਅਸੀਂ ਉਹੀ ਹਾਂ, ਬਸ ਸਭ ਕੁਛ। ਚਲੋ ਨੇ ਕਹਿ ਤਾਂ ਦਿੱਤਾ, ਤੇਰੇ ਸਿਰੋਂ ਤਾਂ ਠੀਕ ਹੀ ਰਿਹਾ। ਚਲੋ ਇੱਕ ਤਾਂ ਗੱਲ ਬਣ ਲਈ ਨਾ। ਹਾਂਜੀ, ਇਸ ਵੇਲੇ ਇਹਨਾਂ ਕਿਹਾ ਤੇ ਟਕਾ ਚੱਕਣ ਲੱਗਿਆ ਗੁਰਸਿੱਖ ਜਹਾਂਗੀਰ ਦੇ ਅੱਗੋਂ। ਕਹਿੰਦਾ ਵੀ ਟਕਾ ਨਾ ਚੱਕ ਹੁਣ ਤੂੰ ਮੇਰੇ ਅੱਗੋਂ, ਮੈਂ ਵੀ ਹਿੰਦੁਸਤਾਨ ਦਾ ਬਾਦਸ਼ਾਹ, ਟਕਾ ਚੱਕੀ ਜਾਂਦਾ ਮੇਰੇ ਅੱਗੋਂ। ਗੁਰਸਿੱਖ ਕਹਿੰਦਾ ਮੈਂ ਸੱਚੇ ਪਾਤਸ਼ਾਹ ਜੀ ਨੂੰ ਭੇਟ ਕਰਨਾ, ਤੇਰੇ ਵਾਸਤੇ ਦਾ ਟਕਾ ਨਹੀਂ ਹੈ। ਸਿੱਖ ਕੈਸਾ ਹੈ, ਕਹਿਣ ਲੱਗਿਆ ਇਹ ਤੂੰ ਟਕਾ ਨਾ ਚੱਕ, ਮੈਥੋਂ ਮੋਹਰਾਂ ਲੈ ਜਾ। ਗੁਰਸਿੱਖ ਕਹਿੰਦਾ ਤੇਰੇ ਰਾਜ ਵਿੱਚ ਕਿਸੇ ਹੋਰ ਦਾ ਸਿੱਕਾ ਚੱਲਦਾ। ਜਹਾਂਗੀਰ ਕਹਿੰਦਾ ਮੇਰੇ ਰਾਜ ਵਿੱਚ ਹੋਰ ਦਾ ਸਿੱਕਾ ਕਿਵੇਂ ਚੱਲੂ ਜੀ, ਹੋਰ ਦਾ ਸਿੱਕਾ ਚੱਲ ਗਿਆ ਤੇ ਮੇਰਾ ਰਾਜ ਕਾਹਦਾ ਰਹਿ ਗਿਆ। ਉਸ ਵੇਲੇ ਗੁਰਸਿੱਖ ਕਹਿੰਦਾ ਫਿਰ ਇਹੀ ਗੱਲ ਹੈ ਨਾ, ਜਿਵੇਂ ਤੇਰੇ ਰਾਜ ਵਿੱਚ ਹੋਰ ਦਾ ਸਿੱਕਾ ਨਹੀਂ ਚੱਲਦਾ, ਮੇਰੇ ਸਤਿਗੁਰ ਦੇ ਦਰ ਦੇ ਉੱਤੇ ਤੇਰੀਆਂ ਮੋਹਰਾਂ ਨਹੀਂ ਚੱਲਣੀਆਂ। ਉੱਥੇ ਗੁਰਸਿੱਖ ਦੀ ਹੱਕ ਸੱਚ ਦੀ ਕਮਾਈ ਦਾ ਟਕਾ ਤਾਂ ਚੱਲ ਜਾਂਦਾ ਹੈ, ਤੇਰੇ ਵਾਲੀਆਂ ਮੋਹਰਾਂ ਚੱਲਣੀਆਂ ਨਹੀਂ ਉੱਥੇ। ਇਸ ਕਰਕੇ ਮੈਂ ਤਾਂ ਇਹ ਆਪਣੀ ਹੱਕ ਸੱਚ ਦੀ ਕਮਾਈ ਦਾ ਟਕਾ ਹੀ ਭੇਟ ਕਰੂੰ, ਚੱਲ ਜੂ ਉੱਥੇ। ਮੇਰੇ ਸਤਿਗੁਰ ਦੇ ਦਰ ਤੇ ਹੱਕ ਸੱਚ ਦੀ ਕਮਾਈ ਦਾ ਟਕਾ ਤਾਂ ਚੱਲ ਜਾਂਦਾ, ਤੇਰੇ ਵਾਲਾ ਨਹੀਂ ਉੱਥੇ ਚੱਲਣਾ, ਤੇਰੇ ਵਾਲਾ ਨਹੀਂ ਚੱਲਣਾ। ਲਓ ਜੀ, ਟਕਾ ਚੁੱਕਿਆ ਤੇ ਖੀਸੇ 'ਚ ਪਾ ਲਿਆ। ਹੁਣ ਦੇਖੋ, ਇੱਕ ਗੁਰਸਿੱਖ ਨੇ ਹਿੰਦੁਸਤਾਨ ਦੇ ਉਸ ਵੇਲੇ ਦੇ ਬਾਦਸ਼ਾਹ, ਉਸ ਵੇਲੇ ਕਿਉਂਕਿ ਨਾ ਇਹ ਪ੍ਰਚਲਿਤ ਸੀ, ਤਾਂ ਤੇ ਅੱਗੋਂ ਕੀ ਹੋਇਆ, ਟਕਾ ਚੱਕ ਲਿਆ। ਟਕਾ ਚੱਕ ਲਿਆ ਅੱਗੋਂ ਜਹਾਂਗੀਰ ਬਾਦਸ਼ਾਹ ਦੇ ਅੱਗੋਂ। ਟਕਾ ਚੱਕਿਆ ਜਦੋਂ, ਇਹ ਘਾਹ ਦੀ ਫੰਡ ਲੱਗਿਆ ਚੱਕਣ। ਜਹਾਂਗੀਰ ਕਹਿੰਦਾ ਘਾਹ ਦੀ ਫੰਡ ਤਾਂ ਪਈ ਰਹਿਣ ਦੇ, ਫਿਰ ਸਾਡੇ ਕੋਲ ਵੀ ਹੈਗੇ ਘੋੜੇ, ਅਸੀਂ ਪਾ ਦੇਂਗੇ ਇੱਥੇ। ਕਹਿੰਦਾ ਨਾ, ਇਹ ਤਾਂ ਮੈਂ ਸੱਚੇ ਪਾਤਸ਼ਾਹ ਦੇ ਘੋੜਿਆਂ ਵਾਸਤੇ ਲੈ ਕੇ ਆਇਆ, ਇਹ ਤਾਂ ਮੈਂ ਸੱਚੇ ਪਾਤਸ਼ਾਹ ਦੇ ਘੋੜਿਆਂ ਵਾਸਤੇ ਲੈ ਕੇ ਆਇਆ। ਜਦੋਂ ਇਹਨਾਂ ਕਿਹਾ ਲੱਗਿਆ ਚੱਕਣ, ਜਹਾਂਗੀਰ ਦੇ ਹੌਲ ਪੈਣ, ਘਾਹ ਦੀ ਫੰਡ ਵੀ ਚੱਕਦਾ। ਉਸ ਵੇਲੇ ਜਹਾਂਗੀਰ ਕਹਿੰਦਾ ਘਾਹ ਦੀ ਫੰਡ ਤੂੰ ਛੱਡ ਦੇ, ਜਿੰਨੀਆਂ ਕਹੇ ਘਾਹ ਦੇ ਵੱਟੇ ਮੋਹਰ ਲੈ ਜਾ, ਫੰਡ ਬੰਨ੍ਹਦੇ ਆ ਮੋਹਰਾਂ ਦੀ, ਇਹ ਘਾਹ ਦੀ ਫੰਡ ਰਹਿਣ ਦੇ। ਉਸ ਵੇਲੇ ਗੁਰਸਿੱਖ ਕਹਿਣ ਲੱਗਿਆ, ਕਹਿੰਦਾ ਬਾਦਸ਼ਾਹ ਤਾਂ ਜੀ ਸਿਆਣੇ ਹੁੰਦੇ ਆ। ਜਹਾਂਗੀਰ ਕਹਿੰਦਾ ਕਿਵੇਂ? ਕਹਿੰਦਾ ਜਨਾਬ ਤੁਸੀਂ ਮੈਨੂੰ ਪੁੱਛਤਾ ਲਓ ਭਾਈ ਘਾਹ ਵੇਚਣਾ, ਤੁਸੀਂ ਪਹਿਲੇ ਕੀਮਤ ਪਾਈ ਜਾਂਦੇ ਹੋ। ਜਨਾਬ ਮੇਰਾ ਘਾਹ ਬਕਾਊ ਨਹੀਂ, ਗੁਰੂ ਸਤਿਨਾਮ, ਇਹ ਘਾਹ ਦੀ ਫੰਡ ਬਕਾਊ ਨਹੀਂ, ਤੁਸੀਂ ਮੁੱਲ ਪਾਈ ਜਾਂਦੇ। ਮੁੱਲ ਉਸ ਚੀਜ਼ ਦਾ ਹੁੰਦਾ ਹੈ ਜਿਹੜੀ ਚੀਜ਼ ਬਕਾਊ ਹੋਵੇ। ਤੁਸੀਂ ਮੈਨੂੰ ਪੁੱਛੋ ਪਹਿਲਾਂ ਭਾਈ ਤੂੰ ਘਾਹ ਦੀ ਫੰਡ ਵੇਚਣੀ ਹੈ, ਤੁਸੀਂ ਪਹਿਲੇ ਮੁੱਲ ਪਾਈ ਜਾਂਦੇ ਹੋ। ਇਹ ਘਾਹ ਦੀ ਫੰਡ ਬਕਾਊ ਨਹੀਂ ਜੀ, ਤਾਂ ਸੱਚੇ ਪਾਤਸ਼ਾਹ ਜੀ ਦੇ ਘੋੜਿਆਂ ਵਾਸਤੇ ਲੈ ਕੇ ਆਇਆ ਮੈਂ, ਇਹ ਬਕਾਊ ਹੈ ਨਹੀਂ। ਜਹਾਂਗੀਰ ਚੁੱਪ।
ਜਹਾਂਗੀਰ ਚੋਪਾ ਜਿਸ ਵੇਲੇ ਗੁਰਸਿੱਖ ਨੇ ਚੱਕੀ ਘਾਹ ਦੀ ਪੰਡ ਤੇ ਜਹਾਂਗੀਰ ਦੇ ਅੰਦਰ ਹੌਲ ਪੈ ਗਿਆ ਵੀ ਹਾਏ ਹੁਣ ਪਤਾ ਲੱਗਿਆ ਸੱਚੇ ਪਾਤਸ਼ਾਹ ਕਾਹਤੇ ਕਹਿੰਦੇ ਆ ਸੱਚੇ ਪਾਤਸ਼ਾਹ ਦਾ ਸਿੱਖ ਮੈਨੂੰ ਕੱਖਾਂ ਤੋਂ ਹੌਲਾ ਕਰ ਗਿਆ ਗੁਰੂ ਸਤਿਨਾਮ ਹਾਏ ਨਾ ਘਾਹ ਦੀ ਪੰਡ ਦੀ ਮੁੱਲ ਹੁਣ ਇੱਥੋਂ ਸਿੱਖਿਆ ਕੀ ਲਓ ਭਲਾ ਵੀ ਸਿੱਖ ਨੇ ਬਕਾਊ ਤਾਂ ਕੀ ਹੋਣਾ ਸਿੱਖ ਦੀ ਤਾਂ ਘਾਹ ਦੀ ਪੰਡ ਨਹੀਂ ਬਕਾਊ ਹੋਈ ਗੁਰੂ ਸਤਿਨਾਮ ਸਿੱਖ ਬਕਾਊ ਹੋ ਜੇ ਸਿੱਖ ਦੀ ਤਾਂ ਘਾਹ ਦੀ ਪੰਡ ਨਹੀਂ ਬਕਾਊ ਹੋਈ ਜਹਾਂਗੀਰ ਬਾਦਸ਼ਾਹ ਇਤਿਹਾਸ ਪੜ੍ਹ ਕੇ ਦੇਖੋ ਸਾਖੀ ਤੋਂ ਸਿੱਖਿਆ ਫੜਨੀ ਹੈ ਆਪਾਂ ਵੀ ਘਾਹ ਦੀ ਪੰਡ ਉਹ ਖਰੀਦ ਨਹੀਂ ਸਕਿਆ ਸੀਗਾ ਇਤਿਹਾਸ ਹੈ ਇਹ ਆਹ ਗੱਲ ਨੂੰ ਫੜਨਾ ਘਾਹ ਦੀ ਪੰਡ ਉਹ ਖਰੀਦ ਨਹੀਂ ਸਕਿਆ ਸੀ ਘਾਹ ਦੀ ਤੇ ਸਿੱਖ ਨੂੰ ਤਾਂ ਖਰੀਦਣ ਲੱਗਣਾ ਜਾਂਦੇ ਸਿੱਖ ਦੀ ਤਾਂ ਘਾਹ ਦੀ ਪੰਡ ਨਹੀਂ ਖਰੀਦੀ ਗਈ ਸੀ ਤੇ ਅੱਜ ਮਾਫ਼ ਕਰਨਾ ਅੱਜ ਕੀ ਹਾਲ ਸਾਡਾ ਤਾਂ ਤੇ ਸਿੱਖਿਆ ਆਪਾਂ ਪਤਾ ਲੱਗੇ ਇਹ ਰਿਹਾ ਜੀ ਇੱਕ ਸਿਦਕ ਦੀ ਜਾਨੀ ਕਿ ਸਾਖੀ ਦੀ ਆਪਾਂ ਗੱਲ ਸਮਝੀਏ ਸਿਦਕ ਦੀ ਸਾਖੀ ਤੋਂ ਆਪਾਂ ਸਿੱਖਿਆ ਲੈ ਲਈਏ ਹੁਣ ਮੇਰਾ ਖਿਆਲ ਅਗਲੀ ਸਾਖੀ ਜੇ ਕਹੋਂ ਤੇ